नमस्कार दोस्तों, लैके हाजिर हैं प्रोग्राम खास खबर एक नज़र। तुसीं जानते हो कि इस लाइव प्रोग्राम च असीं करदे हां चर्चा अखबारां दीयां खास खबरां ते जानने की कोशिश करदे हां इन्हां दे पिछे लुके खास तत्थां नूं। अज दीयां खास खबरां ते खास चर्चा लई मेरे नाल स्टूडियो विच मैं श्री रविंदर सिंह रॉबिन जी, स्वागत तुहाडा स्टूडियो विच। धन्नवाद जी। रॉबिन जी चलत मामलिਆਂ ਦੇ ਮਾਹਰ ਨੇ ਤੇ ANI ਦੇ ਸੀਨੀਅਰ ਪੱਤਰਕਾਰ ਨੇ। ਸਾਡੀਆਂ ਖਾਸ ਖਬਰਾਂ ਤੇ ਸ਼ੁਰੂ ਕਰਦੇ ਹਾਂ ਖਾਸ ਚਰਚਾ। ਸਭ ਤੋਂ ਪਹਿਲੀ ਖਬਰ ਰॉबिन जी, मोदी ਨੂੰ ਵੀਜ਼ਾ ਨਾ ਦਿੱਤੇ ਜਾਣ ਦੇ ਮਾਮਲੇ 'ਚ ਕੁਝ ਜਿਹੜੇ ਸੰਸਦ ਮੈਂਬਰ ਸਨ ਉਹਨਾਂ ਦੇ ਵੱਲੋਂ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਚਿੱਠੀ ਲਿਖੀ ਗਈ ਸੀ ਕਿ ਇਸ ਨੂੰ ਵੀਜ਼ਾ ਨਾ ਦਿੱਤਾ ਜਾਵੇ। ਉਸ ਚਿੱਠੀ ਤੋਂ ਬਾਅਦ ਵਿਵਾਦ ਜਿਹੜਾ ਹੈ ਸ਼ੁਰੂ ਹੋ ਗਿਆ ਹੈ। ਉਹ ਇੱਕ ਤਾਂ ਉਸ ਚਿੱਠੀ ਦੀ ਜਿਹੜੀ ਅਸਲੀਅਤ ਦੇ ਉੱਤੇ ਹੀ ਕੁਐਸਚਨ ਮਾਰਕ ਲੱਗ ਗਿਆ, ਜਦੋਂ ਬਹੁਤ ਸਾਰੇ ਜਿਹੜੇ MPs ਸੀ ਉਹਨਾਂ ਨੇ ਇਹ ਕਹਿਤਾ ਕਿ ਉਹਨਾਂ ਨੇ ਇਸ ਤਰ੍ਹਾਂ ਦੀ ਕਿਸੇ ਵੀ ਚਿੱਠੀ ਦੇ ਉੱਤੇ ਕੋਈ ਦਸਤਖਤ ਨਹੀਂ ਕੀਤੇ। ਇਹ ਪੂਰਾ ਮਾਮਲਾ ਜਿਹੜਾ ਹੈ ਕਿਸ ਤਰਫ ਜਾ ਰਿਹਾ ਹੈ? ਜਿਹੜੀ ਗੱਲ ਰਹੀ ਉਹ ਚਿੱਠੀ ਨੂੰ ਲਿਖਣ ਜਾਂ ਉਹਦੇ ਫਰਜ਼ੀਵਾੜੇ ਦੀ, ਉਹਦੇ ਵਿੱਚ 10 ਕੈਂਪੀਜ਼ ਨੇ ਕਿਹਾ ਕਿ ਵੀ ਅਸੀਂ ਹਸਤਾਖਰ ਨਹੀਂ ਕੀਤੇ, ਜਦੋਂ ਕਿ ਕਈਆਂ ਦਾ ਕਲੇਮ ਕਰਨਾ ਕਿ ਸਾਡੇ ਸਾਹਮਣੇ ਯਚੂਰੀ ਨੇ ਹਸਤਾਖਰ ਕੀਤੇ ਜਾਂ ਦੂਜੇ ਨੇ ਕੀਤੇ। ਗੱਲ ਇਹ ਨਹੀਂ ਹੈ ਕਿ ਹਸਤਾਖਰ ਕਿਸੇ ਨੇ ਕੀਤੇ ਜਾਂ ਬਾਅਦ ਚ ਮੁੱਕਰ ਰਹੇ ਨੇ। ਗੱਲ ਇਹ ਹੈ ਕਿ ਉਹਨਾਂ ਵਿੱਚੋਂ ਜਿੰਨੇ MPs ਨੇ, ਅਗਰ 10 ਵਿੱਚੋਂ 2 ਨੇ ਵੀ ਕੀਤੇ ਹੋਣ, 1 ਨੇ ਵੀ ਕੀਤੇ ਹੋਣ, ਗੱਲ ਇਹ ਹੈ ਕਿ ਜਿਹੜੀ ਲੋਕਲ ਰਾਜਨੀਤੀ ਹੈ ਸਾਡੀ, ਜਿਹੜੀ ਦੇਸ਼ ਦੀ ਰਾਜਨੀਤੀ ਹੈ, ਉਹਨੂੰ ਤੁਸੀਂ ਆਪਣੇ ਮੁਫਾਦ ਵਾਸਤੇ ਇੱਕ ਅੰਤਰਰਾਸ਼ਟਰੀ ਸਤਰ ਤੇ ਲੈ ਕੇ ਜਾਓ ਇਸ ਤਰੀਕੇ ਨਾਲ, ਔਰ ਉਸ ਮੁਲਕ ਨੂੰ ਕਹੋ ਜਾਂ ਕਿਸੇ ਵੀ ਮੁਲਕ ਨੂੰ ਉਸ ਦੀ ਵੀਜ਼ੇ ਦੇਣ ਜਾਂ ਦੇਣ ਬਾਰੇ ਗੱਲ ਕੀਤੀ ਜਾਵੇ, ਜਿਹੜੀ ਕਿ ਉਹਦਾ ਆਪਣਾ ਅਧਿਕਾਰ ਹੈ ਕਿਸੇ ਵੀ ਮੁਲਕ ਦਾ। ਤੇ ਇਹ ਇੱਕ ਸਾਡੀ ਫਜ਼ੀਅਤ ਹੋਣ ਵਾਲੀ ਗੱਲ ਲੱਗਦੀ ਹੈ, ਮੁਲਕ ਦੀ ਫਜ਼ੀਅਤ ਹੋਣ ਵਾਲੀ ਗੱਲ ਲੱਗਦੀ ਹੈ। ਉਹ ਭਾਵੇਂ ਕਿਸੇ ਵੀ ਪਾਰਟੀ ਦੇ ਬੰਦੇ ਨੇ ਕੀਤੇ ਹੋਣ, ਭਾਵੇਂ ਕਿ ਹੁਣ BJP ਦਾ ਕਹਿਣਾ ਇਹ ਹੈ ਕਿ ਇਹ ਇੱਕ ਛੜਯੰਤਰ ਸੀਗਾ ਕਾਂਗਰਸ ਦਾ, ਜਦੋਂ ਕਿ ਹੋਰ ਪਾਰਟੀ ਦੇ ਲੋਕ ਵੀ ਕਿਸੇ ਨੇ ਲਿਖਿਆ। ਹੋ ਸਕਦਾ ਹੈ ਕਿ ਵੀ ਇਸ ਸਾਰੇ ਮੁਫਾਦ ਪਿੱਛੇ, ਸਾਰੀ ਮਾਮਲੇ ਪਿੱਛੇ ਕਿ ਜਿਹੜੇ ਸਪੀਕਰ ਸਾਹਿਬ ਖਿਚਾਈ ਕਰਨ ਕੁਝ ਸੰਸਥਾ ਦੀ ਜਾਂ ਗੱਲ ਕਰਨ, ਗੱਲ ਇੰਨੇ ਤੱਕ ਨਹੀਂ ਮੁੱਕਦੀ। ਗੱਲ ਇਹ ਹੈ ਕਿ ਸਾਨੂੰ ਸਾਡੇ ਜਿਹੜੇ MPs ਨੇ ਉਹ ਕਿਸ ਹੱਦ ਤੱਕ ਜਾ ਸਕਦੇ ਨੇ, ਆਪਣੇ ਮੁਲਕ ਦੀ ਇੱਜ਼ਤ ਨੂੰ ਇਸ ਤਰ੍ਹਾਂ ਦਾਅ ਤੇ ਰੱਖ ਕੇ ਐਵੇਂ ਗੱਲ ਕਰ ਸਕਦੇ, ਉਹ ਮਾੜੀ ਗੱਲ ਹੈ। बिल्कुल, बेशक वीज़ा देना या ना देना वो अमरीका के अधिकार खेत्र च, पर देखा जाए तो जी देश की साड़ी अपनी जी अंदरूनी लड़ाई है, अपनी जी आपसी खिच्चोतान है, इसनों उत्थों तक पहुँचाना जो वो वाकई जिस तरह तुसीं कहा कि शर्म वाली गल है। डॉक्टर साहब एक ये भी है कि यह नहीं है कि भी अमरीका विच कल्ले सांसद इस गल नूं लैके जा रहे हैं। सांसदा दा उस गल नूं अपने देश की राजनीति की जिहड़े पर्सनल मुफाद नूं लैके जाना वो गलत गिनिया जा सकता है। लेकिन ਇਹ ਠੀਕ ਹੈ ਕਿ ਮੋਦੀ ਦੇ ਖਿਲਾਫ ਉੱਥੇ ਵੀ ਜਿਹੜੇ ਲੋਕ ਗੁਜਰਾਤ ਦੰਗਿਆਂ ਵਿੱਚ ਪ੍ਰਭਾਵਿਤ ਹੋਏ ਸੀਗੇ, ਉਹਨਾਂ ਦੇ ਕੁਝ ਰਿਸ਼ਤੇਦਾਰ ਜਿਹੜੇ ਅਮਰੀਕਾ ਸੈਟਲ ਹੋ ਗਏ ਨੇ, ਜਾਂ ਫਿਰ ਜਿਹੜੇ ਹਿਊਮਨ ਰਾਈਟਸ ਵਾਲੇ ਨੇ ਉੱਥੇ, ਉਹਨਾਂ ਨੇ ਆਪਣੀ ਸਰਕਾਰ, ਕਿਉਂਕਿ ਉੱਥੇ ਦੇ ਨਾਗਰਿਕ ਨੇ, ਉਹਨਾਂ ਨੇ ਅਮਰੀਕਾ ਦੀ ਸਰਕਾਰ ਨੂੰ ਇਹ ਗੁਜ਼ਾਰਿਸ਼ ਕੀਤੀ ਹੋਈ ਹੈ ਕਿ ਵੀ ਮੋਦੀ ਜਿਹੜੇ ਨੇ ਗੁਜਰਾਤ ਦੰਗੇ ਉਹਨਾਂ ਦੇ ਕਾਰਜਕਾਲ ਵੇਲੇ ਹੋਏ ਸੀ ਤੇ ਉਹਨਾਂ ਦੇ ਐਲੀਗੇਸ਼ਨ ਹੈ, ਇਸ ਕਰਕੇ ਉਹਨਾਂ ਨੂੰ ਉੱਥੇ ਆਉਣ ਨਾ ਦਿੱਤਾ ਜਾਵੇ। ਉਹਨਾਂ ਦੀ ਗੱਲ ਕਿੱਥੇ ਹੱਦ ਤੱਕ ਸਮਝ ਆਉਂਦੀ ਹੈ, लेकिन साडे जिहड़े मैंबर पार्लीमेंट अगर इस तरह की गल करते हैं तो माड़ी है जी। एक होर विवाद छिड़िया है, पंजाब सरकार दे वल्लों चंडीगढ़ के नेड़े एक नवा चंडीगढ़ बनाने की जिहड़ी तजवीज़ सी, उस संबंध विच वख-वख तरह के वल्लों जिथे इसका क्रिटिसिज्म किया जा रहा है, विरोध किया जा रहा है, उत्थे अज एक अखबार ने खबर दी है कि नवा चंडीगढ़ जिथे वसाया जा रहा है उत्थे बहुती जमीन जिहड़ी है वो प्रभावशाली व्यक्तियों की, जिन्हां दे विच राजनीतिक लीडर ਤੇ ਨਾਲ ਅਫਸਰਸ਼ਾਹੀ ਵੀ ਸ਼ਾਮਲ ਹੈ, ਉਹਨਾਂ ਦੀ ਹੈ, ਕਿਤੇ ਉਹਨਾਂ ਨੂੰ ਫਾਇਦਾ ਪਹੁੰਚਾਉਣ ਦੇ ਵਾਸਤੇ ਪ੍ਰੋਜੈਕਟ ਤੇ ਨਹੀਂ ਲਿਆਂਦਾ ਜਾ ਰਿਹਾ। ਡਾਕਟਰ ਸਾਹਿਬ, ਪਹਿਲੀ ਗੱਲ ਤੇ ਹੈ ਕਿ ਸਾਨੂੰ ਵਧਾਈ ਦੇਣੀ ਚਾਹੀਦੀ ਹੈ ਇਸ ਤਰ੍ਹਾਂ ਦੇ ਰਿਪੋਰਟਿੰਗ ਦੀ, ਜਿਹੜੀ ਮੀਡੀਆ 'ਚ ਇਸ ਤਰ੍ਹਾਂ ਕੋਈ ਗੱਲ ਤੱਥ ਕੱਢ ਕੇ ਲੈ ਕੇ ਆਉਂਦੇ ਨੇ, ਸਕੈਂਡਲ ਕੱਢ ਕੇ ਲੈ ਕੇ ਆਉਂਦੇ ਨੇ। ਪਰ ਦੂਸਰੀ ਪਾਸੇ ਭਾਵੇਂ ਮੈਂ ਮੀਡੀਆ ਨਾਲ ਵਾਬਸਤਾ ਹੈਗਾ, ਲੇਕਿਨ ਮੈਂ ਆਪਣੇ और साडे एक पर्सनल राइवलरी भी होंदी है भी एक अखबार एक कोई मुहिम लैके आ रही है तो क्यों दूसरे भी उसनू छापन, उसनू क्यों सपोर्ट करन, इस गल तो भी ऊपर उठ के मीडिया नू भी आना चाहिए। अगर किसी होर को भी इस तरह की रिपोर्ट्स हैगियां, पहली गल तो वो भी नाल लैके आन, इनू होर छाया करन, होर असलीयत सामने आवे। हुण अज इस अखबार ने जिहड़ी अपनी मुहिम चलाई है ਉਹਦੇ ਵਿੱਚ ਉਹ ਨਾਮ ਨਸ਼ਰ ਕਰ ਦਿੱਤੇ ਨੇ, ਲਿਖ ਦਿੱਤੇ ਨੇ ਜਿਹੜੇ ਲੋਕਾਂ ਨੂੰ ਡਾਇਰੈਕਟ ਜਾਂ ਇਨਡਾਇਰੈਕਟ ਤੌਰ ਤੇ ਉੱਥੇ ਫਾਇਦਾ ਹੋਣਾ। अगर तो एक आम बंदे की किसी किसान की या किसी की पुरानी जमीन नू एक्वायर करके कोई फायदा मिल रहा है तो नज़र आता, लेकिन एक
ਖਾਸ ਤੌਰ ਤੇ ਨੈਕਸਸ ਨਜ਼ਰ ਆਵੇ, ਇੱਕ ਰੈਕਡ ਨਜ਼ਰ ਆਵੇ ਆਈਐਸ ਆਫੀਸਰਸ ਦਾ, ਆਈਪੀਐਸ ਆਫੀਸਰਸ ਦਾ ਜਾਂ ਪੋਲੀਟੀਸ਼ੀਅਨਸ ਦਾ, ਉਹ ਨਜ਼ਰ ਆਉਂਦਾ ਕਿ ਇੱਕ ਪਰਸਨਲ ਮੁਫਾਦ, ਇੱਕ ਪਰਸਨਲ ਫਾਇਦਾ ਦੇਣ ਲਈ ਇਸ ਤਰ੍ਹਾਂ ਦੀ ਇੱਕ ਸਕੀਮ ਬਣਾਈ ਗਈ ਜਿਹਦਾ ਨਾਂ ਚੰਡੀਗੜ੍ਹ, ਨਿਊ ਚੰਡੀਗੜ੍ਹ ਰੱਖਿਆ ਗਿਆ, ਤਾਂ ਕਿ ਐਨਆਰਆਈਜ਼ ਜਾਂ ਦੂਸਰੇ ਲੋਕ ਉਸ ਤੇ ਅਟਰੈਕਟ ਹੋਣ। ਦੇਖੋ ਪੰਜਾਬ ਵਿੱਚ ਮਾਫ ਕਰਨਾ ਕਿ ਅੱਗੇ ਆਲਰੇਡੀ ਬਹੁਤ ਸਾਰੀ ਸਕੀਮਾਂ ਕਰਕੇ, ਭਾਵੇਂ ਰੈਵਨਿਊ ਦੀ ਹੈ ਜਾਂ ਦੂਜੇ ਕਰਕੇ ਹੈ, ਪ੍ਰਾਪਰਟੀ ਦੇ ਰੇਟ ਬੜੇ ਡਾਊਨ ਹੋਏ ਨੇ ਔਰ ਪ੍ਰਾਪਰਟੀ ਵਿੱਚ ਕੋਈ ਜ਼ਿਆਦਾ ਖਰੀਦੋ ਫਰੋਖਤ ਹੋ ਵੀ ਨਹੀਂ ਰਹੀ। ਚੰਡੀਗੜ੍ਹ ਹੁਣ ਤੱਕ ਆਪਣੇ ਇੱਕ ਮਿਸਾਲ ਕਾਇਮ ਕਰ ਚੁੱਕਾ ਹੈ ਆਪਣੇ ਇਨਫਰਾਸਟ੍ਰਕਚਰ ਨੂੰ ਲੈ ਕੇ, ਸਾਫ ਸੁਥਰੇ ਇਲਾਕੇ ਨੂੰ ਲੈ ਕੇ, ਤੇ ਉਹ ਇੱਕ ਨਾਮ ਅਟਰੈਕਟ ਵੀ ਕਰਦਾ ਕਿ ਕਿਉਂ ਨਾ ਚੰਡੀਗੜ੍ਹ ਜਗ੍ਹਾ ਲਿੱਤੀ ਜਾਵੇ ਜਾਂ ਚੰਡੀਗੜ੍ਹ ਦੇ ਆਲੇ ਦੁਆਲੇ ਲਿੱਤੀ ਜਾਵੇ। ਉਹਦਾ ਨਾਂ ਇੱਕ ਨਿਊ ਚੰਡੀਗੜ੍ਹ ਰੱਖਿਆ ਗਿਆ। ਉਹਦੇ ਵਿੱਚ ਜਿਹੜੇ ਨਾਮ ਨਸ਼ਰ ਹੋਏ ਆ, ਉਹ ਡੀਜੀਪੀ, ਐਕਸ ਡੀਜੀਪੀ ਜਾਂ ਮੌਜੂਦਾ ਡੀਜੀਪੀ ਤੋਂ ਲੈ ਕੇ ਸਰਦਾਰ ਸੁਖਬੀਰ ਸਿੰਘ ਬਾਦਲ ਹੋਣਾ ਦਾ ਨਾਮ ਵੀ ਉਹਦੇ ਵਿੱਚ ਆਇਆ ਹੈਗਾ, ਹੋਰ ਪੋਲੀਟੀਸ਼ੀਅਨ ਦਾ ਵੀ ਆਇਆ, ਤੇ ਉਹ ਇੱਕ ਨੈਕਸਸ ਜ਼ਰੂਰ ਨਜ਼ਰ ਆਉਂਦਾ, ਉਹਨੂੰ ਐਕਸਪੋਜ਼ ਕੀਤਾ ਹੈ। ਹਾਲਾਂਕਿ ਪੰਜਾਬ ਗਵਰਨਮੈਂਟ ਨੇ ਆਪ ਐਡਮਿਟ ਕੀਤਾ ਸੀਗਾ 2012 ਚ ਮੇਰਾ ਖਿਆਲ ਹੈ ਹਾਈ ਕੋਰਟ ਦੇ ਸਾਹਮਣੇ ਕਿ 60 ਦੇ ਕਰੀਬ ਆਫੀਸਰਸ ਜਾਂ ਜਿਹੜੇ ਵੱਡੇ ਪੱਧਰ ਤੇ ਪ੍ਰਭਾਵਸ਼ਾਲੀ ਵਿਅਕਤੀ ਉਹਨਾਂ ਦੀ ਜ਼ਮੀਨਾਂ ਹੈਗੀਆਂ। ਹੁਣ ਉਹਦੀ ਰਿਪੋਰਟ ਹਾਲੀ ਆਣੀ ਬਾਕੀ ਹੈ। ਇੱਕ ਜਿਹੜੀ ਤੁਸੀਂ ਗੱਲ ਕੀਤੀ ਸੀ ਕਿ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਜ਼ਮੀਨ ਦਾ ਵੀ ਉੱਥੇ ਨਾਮ ਜਿਹੜਾ ਆ ਰਿਹਾ ਹੈ, 2 ਦਿਨ ਪਹਿਲਾਂ ਉਹਨਾਂ ਨੇ ਇਸ ਗੱਲ ਤੋਂ ਇਨਕਾਰ ਵੀ ਕੀਤਾ ਸੀ। ਉਹਨਾਂ ਕਿਹਾ ਜ਼ਮੀਨ ਹੈ, ਪਰ ਜਿਹੜਾ ਨਵਾਂ ਚੰਡੀਗੜ੍ਹ ਵਸਾਇਆ ਜਾ ਰਿਹਾ ਹੈ ਉਹਦੀ ਜਿਹੜੀ ਬਾਉਂਡਰੀ ਹੈ ਉਹਦੇ ਵਿੱਚ ਉਹਨਾਂ ਦੀ ਜ਼ਮੀਨ ਨਹੀਂ ਹੈ। ਜਿਹੜੀ ਬਿਲਕੁਲ ਉਹਨਾਂ ਨੇ ਇਸ ਗੱਲ ਦਾ ਖੰਡਨ ਜ਼ਰੂਰ ਕੀਤਾ ਹੈ ਕਿ ਵੀ ਉਹਨਾਂ ਦਾ ਉਸ ਜਿਹੜੀ ਜ਼ਮੀਨ ਉਹਨਾਂ ਨੇ ਵੇਚਣੀ ਹੈ ਉਹਦੇ ਵਿੱਚ ਨਹੀਂ ਹੈ, ਜਾਂ ਉਹਦੇ ਨਾਲ ਦੀ ਲਗਵੀਂ ਉਹਦੇ ਵਿੱਚ ਬਾਉਂਡਰੀ ਵਾਲ ਵਿੱਚ ਮੰਨਿਆ ਕਿ ਸੁਖਬੀਰ ਬਾਦਲ ਉਹਨਾਂ ਦੀ ਜ਼ਮੀਨ ਨਾ ਵੀ ਹੋਵੇ ਜਾਂ ਉਹਨਾਂ ਦੇ ਨਾਲ ਆਫੀਸਰਸ ਦੀ ਇਸ ਤਰ੍ਹਾਂ ਦੀ ਜ਼ਮੀਨਾਂ ਹੈਗੀਆਂ। ਹੁਣ ਉਧਰੋਂ ਬਾਜਵਾ ਜੀ, ਜਿਹੜੇ ਪ੍ਰਤਾਪ ਸਿੰਘ ਬਾਜਵਾ, ਉਹ ਕਲੇਮ ਕਰਦੇ ਨੇ ਕਿ ਵੀ ਇਹ ਬੇਨਾਮੀ ਜ਼ਮੀਨਾਂ ਪੋਲੀਟੀਸ਼ੀਅਨਸ ਦੀਆਂ ਹੈਗੀਆਂ ਜਿਹਦੇ ਵਿੱਚ ਉਹਨਾਂ ਨੇ ਸੁਖਬੀਰ ਬਾਦਲ ਉਹਨਾਂ ਦਾ ਨਾਮ ਵੀ ਲਿਆ। ਉਹਨਾਂ ਨੇ ਇਹ ਵੀ ਕਿਹਾ ਕਿ ਨਵਾਂ ਚੰਡੀਗੜ੍ਹ ਇੱਕ ਫਰਾਡ ਹੈ, ਫਰਾਡ ਦੇ ਨਾਮ ਤੇ ਜਿਹੜਾ ਇਸ ਨੂੰ ਉਸਾਰਿਆ ਜਾ ਰਿਹਾ ਹੈ। ਪ੍ਰਤਾਪ ਸਿੰਘ ਬਾਜਵਾ ਜਿੰਨੀ ਕੁ ਖਬਰਾਂ ਨਜ਼ਰ ਆਈਆਂ, ਫਰਾਡ ਤਾਂ ਉਹਨਾਂ ਦਾ ਭਾਵ ਕਹਿਣ ਦਾ ਮਤਲਬ ਇਹ ਹੈ ਕਿ ਵੀ ਉਹੀ ਸੀਗਾ ਕਿ ਇੱਕ ਪ੍ਰਭਾਵਸ਼ਾਲੀ ਲੋਕਾਂ ਨੂੰ ਮੁਫਾਦ ਪਹੁੰਚਾਉਣ ਲਈ ਇਸ ਤਰ੍ਹਾਂ ਦਾ ਬਣਾਇਆ ਗਿਆ, ਜਦੋਂ ਕਿ ਇਸ ਨੂੰ ਲੈ ਕੇ ਹਾਲਾਂਕਿ ਆਪਸ ਵਿੱਚ ਇੱਕ ਵਾਕ ਯੁੱਧ ਛਿੜ ਗਿਆ ਹਰਿਆਣਾ ਦੇ ਚੀਫ ਮਿਨਿਸਟਰ ਦਾ ਵੀ ਕਿ ਜੇ ਤੁਸੀਂ ਨਵਾਂ ਚੰਡੀਗੜ੍ਹ ਬਣਾਉਣ ਹੀ ਲੱਗੇ ਹੋ ਤੇ ਫਿਰ ਇਹ ਚੰਡੀਗੜ੍ਹ ਤੇ ਤੁਹਾਡਾ ਇਖਤਿਆਰ ਨਹੀਂ ਰਹਿੰਦਾ। ਉਸ ਨੂੰ ਲੈ ਕੇ ਬਾਜਵਾ ਨੇ ਵੀ ਇਤਰਾਜ਼ ਕੀਤਾ ਹੈ ਔਰ ਉਹਨਾਂ ਕਲੇਮ ਇਹ ਜਿਹੜਾ ਵਿਵਾਦ ਉੱਠ ਰਿਹਾ ਕਿ ਨਵਾਂ ਚੰਡੀਗੜ੍ਹ ਅਗਰ ਬਣਦਾ ਹੈ ਤਾਂ ਪੁਰਾਣੇ ਚੰਡੀਗੜ੍ਹ ਤੇ ਪੰਜਾਬ ਦਾ ਜਿਹੜਾ ਹੱਕ ਹੈ ਉਹ ਕਮਜ਼ੋਰ ਪੈ ਜਾਏਗਾ, ਕਿੰਨਾ ਕੁ ਸਹੀ ਹੈ? ਗੱਲ ਇਹ ਨਹੀਂ ਹੈ ਨਗਿੰਦਰ ਜੀ ਕਿ ਹੱਕ ਰਹੇਗਾ ਨਹੀਂ ਰਹੇਗਾ। ਤੁਸੀਂ ਪਿਛਲੇ ਕਈ ਸਾਲਾਂ ਤੋਂ ਵੇਖ ਲਓ, ਜਦੋਂ ਤੇ ਸਰਕਾਰ ਪਾਵਰ 'ਚ ਹੁੰਦੀ ਹੈ ਉਦੋਂ ਤੇ ਗੱਲ ਕਰਦੀ ਨਹੀਂ, ਭਾਵੇਂ ਉਹ ਕਾਂਗਰਸ ਹੋਵੇ ਤੇ ਭਾਵੇਂ ਉਹ ਅਕਾਲੀ ਦਲ ਹੋਵੇ। ਗੱਲ ਇਹ ਹੈ ਕਿ ਭਾਵੇਂ ਬੀਜੇਪੀ ਨਾਲ ਰਲੀ ਹੋਵੇ, ਮੁੱਦਾ ਉਦੋਂ ਉਠਾਇਆ ਜਾਂਦਾ, ਉਦੋਂ ਮੁੱਦਾ ਜਦੋਂ ਇਹ ਬਾਹਰ ਹੁੰਦੇ ਨੇ ਉਦੋਂ ਇਹਨਾਂ ਨੂੰ ਚੰਡੀਗੜ੍ਹ ਦਾ ਹੱਕ ਵੀ ਯਾਦ ਆਉਂਦਾ, ਚੰਡੀਗੜ੍ਹ ਕਿਵੇਂ ਲੈਣਾ ਉਸ ਤਰ੍ਹਾਂ ਦੀਆਂ ਤਜਵੀਜ਼ਾਂ ਵੀ ਦਿੱਤੀਆਂ ਜਾਂਦੀਆਂ, ਲੇਕਿਨ ਜਦੋਂ ਪਾਵਰ 'ਚ ਆ ਜਾਣ ਉਦੋਂ ਇਸ ਬਾਰੇ ਕੋਈ ਗੱਲ ਨਹੀਂ। ਇੱਕ ਅਖਬਾਰੀ ਰਾਜਨੀਤਿਕ ਮੁੱਦਾ ਜਿਹੜਾ ਹੈ ਵੋਟਾਂ ਲੈਣ ਦੇ ਵਾਸਤੇ ਮੁੱਦਾ ਜਿਹੜਾ ਹੈ ਉਹੀ ਬਣਾਇਆ ਜਾਂਦਾ ਹੈ। ਪਿਛਲੇ ਇਤਿਹਾਸ ਨੂੰ ਵੇਖਿਆ ਜਾਏ ਤੇ ਇਹੀ ਸਾਬਤ ਹੁੰਦਾ ਜੀ।